अज पंजवें पातशाह शहीदां दे सरताज सतगुरु धरण गगन नभ खंड मैं जोत स्वरूपी रहो भार। भन मथुरा कछ भेद नहीं गुरु अर्जन प्रतख हार। श्री गुरु अर्जन देव साहिब जगतनाथ सतगुरु जी का गुरगद्दी दिवस बहुत ही शरधा भावना अदब ते सत्कार सहित मना रहे। बाल अवस्था विच अपने नाना गुरु श्री गुरु अमरदास जी महाराज जी पासों पंजवें पातशाह गुरु अर्जन देव साहब नूं ये बचन प्राप्त हो चुके सन। बोएथा बाणी का बोएथा ते दूजा बचन कीता सी भारा गुरु होवेगा। महाराज जी दे कहे हुए वो अमृत बोल अमृत बचन पूर्ण होए। श्री गुरु रामदास जी महाराज जी दे भतीजे की शादी सी लाहौर शहर च। सहारी मल जी बेनती करने लई पहुंचे, महाराज कृपा करो विआह की इस खुशी में आप जी समूलियत करो। सतगुरु जी ने बचन किया, सहारी मल जी साडे आवण विच एक समस्या है कि जदों असीं आवांगे साडे नाल बेअंत संगत भी आवेगी ते ब्याह शादी दे काम विच इन्नी संगत आउणी, फिर उन्होंने संभालना औखा होवेगा तुहाडे लई। असीं अपने साहिबजादे नूं भेज दिंने आ, बाबे पृथ्वी चंद नूं कहा कि तुसीं शादी च चले जाओ, वड्डे हो। पृथ्वी चंद ने जवाब दे दिता, इत्थे गुरु घर दे जिहड़े काम ने मैं संभालदा, जे चला गया तो पिछों ये काम कौन करेगा। आई गई संगत नूं पुछ गिछ करनी, उन्हां दी संभाल करनी। साहब जी दे बचन दा सत्कार ना करदिआं होइआं जवाब दे दिता। हालांकि गुरु घर दे काम तां पृथ्वी चंद दे जम्मण तो पहलां भी हो रहे थे ते इहदे मरण तो बाद भी होने ने, वो तां नहीं रुकने। पर इहदे मन विच एक खटकण सी भी मैं उधर लाहौर जावां ते किते पिछों गुरु जी गुरगद्दी गुरु अर्जन देव साहब नूं ना दे देण। तो पृथ्वी चंद ने जाण की बजाय इनकार कर दिता है। हालांकि पुत्र लई पिता का हुक्म अमोड़ होना चाहिए। एक पिता अपने बच्चे प्रति या अपने पुत्र प्रति या अपनी धी प्रति कोई वचन करता है तो उस बालक का उस बच्चे का सब तो पहला एक करतव्य हुंदा है कि मैं अपने पिता के वचन की पालना करनी। वह पुत्र धर्म है और पिता का वचन ना मनना यह सब तो वड्डी अवज्ञा है पिता की। कह सकते सन भगवान राम
ਵੀ ਤੂੰ ਆਪਣੀ ਘਰਵਾਲੀ ਨਾਲ ਬਚਨ ਕੀਤਾ ਸੀ, ਮੈਂ ਕਿਉਂ ਜਾਵਾਂ ਜੰਗਲ 'ਚ, ਮੇਰਾ ਕੀ ਕਸੂਰ ਹੈ। ਪਰ ਪਿਤਾ ਨੇ ਕਿਹਾ ਤੇ ਚੱਲ ਪਏ। ਬਾਬੇ ਪ੍ਰਿਥੀ ਚੰਦ ਨੇ ਵੀ ਪੁੱਤਰ ਧਰਮ ਦੀ ਪਾਲਣਾ ਨਹੀਂ ਕੀਤੀ। ਗੁਰੂ ਰੂਪ ਕਰਕੇ ਤਾਂ ਕੀ ਵੇਖਣਾ ਸੀ ਨੇ ਸਤਿਗੁਰਾਂ ਨੂੰ, ਪਿਤਾ ਰੂਪ ਕਰਕੇ ਵੀ ਸਤਿਕਾਰ ਨਹੀਂ ਦਿੱਤਾ। ਬਾਬਾ ਮਹਾਦੇਵ ਜੀ ਨੂੰ ਕਿਹਾ ਤੇ ਬਾਬਾ ਮਹਾਦੇਵ ਜੀ ਕਹਿੰਦੇ, ਮਹਾਰਾਜ ਮੈਂ ਇਹਨਾਂ ਵਿਆਹ ਸ਼ਾਦੀਆਂ ਤੋਂ ਕੀ ਲੈਣਾ, ਮੇਰਾ ਨਹੀਂ ਮਨ ਕਰਦਾ ਭੀੜ ਭੜੱਕੇ 'ਚ ਜਾਣ ਨੂੰ। ਗੁਰੂ ਅਰਜਨ ਦੇਵ ਸਾਹਿਬ ਨੂੰ ਕਿਹਾ, ਹਾਲੇ ਅੱਧਾ ਬਚਨ ਗੁਰੂ ਰਾਮਦਾਸ ਸਾਹਿਬ ਦੇ ਮੁਖ ਵਿੱਚ ਹੀ ਸੀ। ਹੱਥ ਜੋੜ ਕੇ ਕਹਿੰਦੇ, ਮਹਾਰਾਜ ਸਤ ਬਚਨ। ਪੁੱਤਰ ਧਰਮ ਵੀ ਹੈ ਤੇ ਸਿੱਖ ਧਰਮ ਵੀ ਪਾਲਿਆ। ਨਾਲ ਇਹ ਕਹਿ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਨੂੰ, ਜਦੋਂ ਤੱਕ ਵਾਪਸ ਬੁਲਾਈਏ ਨਾ ਆਉਣਾ ਨਹੀਂ ਹੈ, ਉਦੋਂ ਤੱਕ ਉੱਥੇ ਹੀ ਰਹਿਣਾ। ਫਰਕ ਸੀ। ਗੁਰੂ ਅਰਜਨ ਸਾਹਿਬ ਗਏ, ਵਿਆਹ ਹੋ ਗਿਆ, ਸਮਾਪਤੀ ਹੋ ਗਈ। ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਨੂੰ, ਕਿਉਂਕਿ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਲਾਹੌਰ ਵਿੱਚ ਹੈ, ਗੁਰੂ ਰਾਮਦਾਸ ਜੀ ਦਾ, ਉਹਦੀ ਕਾਰ ਸੇਵਾ ਵੀ ਗੁਰੂ ਅਰਜਨ ਸਾਹਿਬ ਨੇ ਕਰਵਾਈ, ਦਰਬਾਰ ਬਣਾ ਦਿੱਤਾ। ਕਈ ਮਹੀਨੇ ਬੀਤ ਗਏ ਪਰ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਸੁਨੇਹਾ ਨਹੀਂ ਭੇਜਿਆ ਵੀ ਆ ਜਾਓ। ਮਨ ਇੰਨਾ ਉਤਾਵਲਾ ਹੈ ਕਿ ਜਾ ਕੇ ਭੱਜ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ, ਪਰ ਪਿਤਾ ਦਾ ਹੁਕਮ ਦੇ ਵਰਜੇ ਹੋਏ ਬੱਧੇ ਹੋਏ ਬੈਠੇ ਰਹੇ। ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਜਾਂ ਉਸ ਪਾਸਿਓਂ ਲਾਹੌਰ ਨੂੰ ਜਿਹੜਾ ਰਸਤਾ ਆਉਂਦਾ, ਕਈ ਵਾਰ ਉਸ ਰਸਤੇ ਤੇ ਆ ਕੇ ਗੁਰੂ ਅਰਜਨ ਸਾਹਿਬ ਬਹਿ ਜਾਂਦੇ। ਖਬਰੇ ਕੋਈ ਸਿੱਖ ਆਉਂਦਾ ਹੋਵੇ ਸੁਨੇਹਾ ਲੈ ਕੇ। ਕੁਝ ਸਮਾਂ ਜਦੋਂ ਬੀਤ ਗਿਆ, ਇੱਛਾ ਹੋਈ ਚਿੱਠੀ ਲਿਖ ਕੇ ਭੇਜਾਂ। ਬੜਾ ਸੋਹਣਾ ਅੰਮ੍ਰਿਤ ਬਚਨ ਮਹਾਰਾਜ ਜੀ ਦੇ ਹਿਰਦੇ ਚੋਂ ਉਪਜਿਆ। ਤੁਰਕੀ ਬਾਣੀ ਆਈ, ਚਿੱਠੀ ਲਿਖੀ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਇੱਕ ਬੰਦ ਪੂਰਾ ਲਿਖ ਦਿੱਤਾ। ਸੇਵਾਦਾਰ ਨੂੰ ਚਿੱਠੀ ਦੇ ਕੇ ਭੇਜੀ। ਚਿੱਠੀ ਬਾਬੇ ਪ੍ਰਿਥੀ ਚੰਦ ਦੇ ਹੱਥ ਲੱਗ ਗਈ। ਆਉਂਦੇ ਜਾਂਦੇ ਸਿੱਖਾਂ ਨੂੰ ਉਹੀ ਸੰਭਾਲਦਾ ਸੀ। ਉਹਨੇ ਉਹ ਚਿੱਠੀ ਜਾ ਕੇ ਆਪਣੇ ਘਰ ਖੀਸੇ 'ਚ ਪਾ ਛੱਡੀ, ਗੁਰੂ ਰਾਮਦਾਸ ਸਾਹਿਬ ਨੂੰ ਨਹੀਂ ਦਿੱਤੀ। ਦੂਸਰੀ ਚਿੱਠੀ ਫਿਰ ਲਿਖ ਕੇ ਭੇਜੀ, ਤੇਰਾ ਮੁਖ ਸੁਹਾਵਾ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਦੂਜੀ ਚਿੱਠੀ ਵੀ ਲੈ ਕੇ ਬਾਬੇ ਪ੍ਰਿਥੀ ਚੰਦ ਕੋਲ ਹੀ ਪਹੁੰਚੇ ਤੇ ਪ੍ਰਿਥੀ ਚੰਦ ਨੇ ਉਹ ਵੀ ਰੱਖ ਲਈ ਕਿ ਜੇ ਚਿੱਠੀ ਪੜ੍ਹ ਲਈ ਤੇ ਪਿਤਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਸੱਦ ਲੈਣਾ, ਕਿਉਂਕਿ ਕਪਟੀ ਮਨੁੱਖ ਹਮੇਸ਼ਾ ਕਪਟ ਚਿਤਵਦਾ। ਚੱਲ ਤੀਜੀ ਚਿੱਠੀ ਫਿਰ ਲਿਖੀ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ। ਵੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਿੱਖ ਨੂੰ ਕਿਹਾ, ਹੁਣ ਕਿਸੇ ਨੂੰ ਹੋਰ ਨਾ ਫੜਾਈ, ਗੁਰੂ ਰਾਮਦਾਸ ਸਾਹਿਬ ਕੋਲ ਪਹੁੰਚਦੀ ਕਰੀ। ਚਿੱਠੀ ਭੇਜੀ, ਸਿੱਖ ਨੇ
ਪ੍ਰਿਥੀ ਚੰਦ ਤੋਂ ਟਾਲਾ ਵੱਟ ਕੇ ਸਿੱਧਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਜਾ ਕੇ ਉਹ ਚਿੱਠੀ ਭੇਟ ਕੀਤੀ। ਸਤਿਗੁਰਾਂ ਨੇ ਚਿੱਠੀ ਪੜ੍ਹੀ। ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਦਾ ਪ੍ਰੇਮ ਉਸ ਚਿੱਠੀ ਵਿੱਚ, ਉਹਨਾਂ ਬਚਨਾਂ ਵਿੱਚ ਵੇਖਿਆ ਤੇ ਅੰਕ ਵੀ 3 ਪਿਆ ਹੋਇਆ। ਅੰਦਾਜ਼ਾ ਲਾਇਆ ਇਹਦੇ ਤੋਂ ਪਹਿਲਾਂ 2 ਚਿੱਠੀਆਂ ਹੋਰ ਆ ਚੁੱਕੀਆਂ ਨੇ। ਪ੍ਰਿਥੀ ਚੰਦ ਕਿੱਥੇ ਨੇ ਉਹ ਚਿੱਠੀਆਂ? ਪ੍ਰਿਥੀ ਚੰਦ ਸਾਫ਼ ਮੁੱਕਰ ਗਿਆ ਵੀ ਚਿੱਠੀਆਂ ਜੇ ਹੁੰਦੀਆਂ ਮੈਂ ਤੁਹਾਨੂੰ ਦਿੰਦਾ। ਉਹ ਕੋਈ ਖਜ਼ਾਨਾ ਸੀ ਜਿਹੜਾ ਮੈਂ ਸਾਂਭ ਕੇ ਰੱਖਣਾ ਸੀ? ਧੰਨ ਗੁਰੂ ਰਾਮਦਾਸ ਜੀ ਨੇ ਆਖਿਆ, ਜਾਓ ਪ੍ਰਿਥੀ ਚੰਦ ਦੇ ਘਰ ਇਹਦੇ ਬਸਤਰ ਟੰਗੇ ਨੇ, ਦਾ ਖੀਸਾ ਉੱਥੇ ਟੰਗਿਆ, ਉਹਦੀ ਜੇਬ ਦੇ ਵਿੱਚ ਨੇ। ਦੋਵੇਂ ਚਿੱਠੀਆਂ ਕੱਢ ਲਿਆਂਦੀਆਂ, ਮਹਾਰਾਜ ਜੀ ਨੇ ਪੜ੍ਹੀਆਂ। ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਜਾਓ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਨੂੰ ਸੱਦ ਲਿਆਓ ਲਾਹੌਰ ਤੋਂ ਜਾ। ਧੰਨ ਬਾਬਾ ਬੁੱਢਾ ਸਾਹਿਬ ਜੀ ਗਏ, ਗੁਰੂ ਅਰਜਨ ਦੇਵ ਸਾਹਿਬ ਨੂੰ ਦੱਸਿਆ। ਮਹਾਰਾਜ ਜੀ ਉਤਾਵਲੇ ਹੋਏ, ਬਾਬਾ ਬੁੱਢਾ ਸਾਹਿਬ ਨੂੰ ਪ੍ਰਣਾਮ ਕੀਤੀ, ਸਤਿਕਾਰ ਕੀਤਾ। ਲਾਹੌਰ ਸ਼ਹਿਰ ਤੋਂ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਨਮਸਕਾਰ ਕੀਤੀ, ਨੇਤਰਾਂ ਦੇ ਜਲ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਚਰਨ ਧੋ ਦਿੱਤੇ ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਪੁਰਖਾ ਸ਼ਬਦ ਦਾ ਇੱਕ ਬੰਦ ਹੋਰ ਉਚਾਰੋ ਤੇ ਸ਼ਬਦ ਸੰਪੂਰਨ ਕਰ ਦਿਓ। ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਸ਼ਬਦ ਦਾ ਚੌਥਾ ਬੰਦ ਮਹਾਰਾਜ ਜੀ ਨੇ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਜਦੋਂ ਇਹ ਬੰਦ ਉਚਾਰਨ ਕੀਤਾ, ਸ਼ਬਦ ਸੰਪੂਰਨ ਹੋ ਗਿਆ। ਸੰਗਤ ਦਾ ਇਕੱਠ ਕੀਤਾ, ਮਸੰਦਾਂ ਨੂੰ ਕਿਹਾ, 5 ਪੈਸੇ ਤੇ ਨਾਰੀਅਲ ਲੈ ਕੇ ਆਓ। ਅੱਜ ਦੇ ਦਿਨ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਗੱਦੀ ਤੇ ਬਿਠਾ ਕੇ ਆਪਣੇ ਹੱਥੀਂ ਗੁਰਿਆਈ ਦੇ ਕੇ ਪਰਕਰਮਾ ਕਰਦਿਆਂ 5 ਪੈਸੇ ਨਾਰੀਅਲ ਰੱਖ ਕੇ ਸਮੂਹ ਸਾਜੀ ਨਵਾਜੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਡਾ ਰੂਪ ਕਰਕੇ ਜਾਣਨਾ। ਇਹ ਸਾਡਾ ਰੂਪ ਹਨ, ਇਹ ਸਾਡਾ ਸਰੂਪ ਹਨ। ਸਾਰੀ ਸੰਗਤ ਨੇ ਉੱਠ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਪਰ ਬਾਬੇ ਪ੍ਰਿਥੀ ਚੰਦ ਨੇ ਆ ਕੇ ਗੁਰੂ ਰਾਮਦਾਸ ਸਾਹਿਬ ਨਾਲ ਝਗੜਾ ਕੀਤਾ। ਮੈਂ ਵੱਡਾ ਪੁੱਤਰ ਹਾਂ, ਮੇਰਾ ਹੱਕ ਸੀ। ਮਹਾਰਾਜ ਜੀ ਨੇ ਆਖਿਆ, ਇੱਥੇ ਹੱਕ ਉਹਦਾ ਹੈ ਜਿਹਦੇ ਮੱਥੇ ਤੇ ਧੁਰ ਦਰਗਾਹ ਤੋਂ ਲੇਖ ਪੈ ਕੇ ਆਏ ਨੇ, ਤਾਂ ਧੁਰ ਦਰਗਾਹੀ ਇਲਾਹੀ ਦਾਤ ਹੈ, ਜਿਸ ਨੂੰ ਰੱਬ ਨੇ ਦੇਣੀ ਹੈ ਉਸੇ ਨੂੰ ਮਿਲਦੀ ਹੈ। ਇਹ ਕੋਈ ਜੱਦੀ ਜਾਂ ਪੁਸ਼ਤੈਨੀ ਜਦਾਦ ਨਹੀਂ ਕਿ ਇਹਦੇ ਤੇ ਤੇਰਾ ਹੱਕ ਹੋਣਾ। ਜੇ ਐਸਾ ਹੁੰਦਾ ਤੇ ਇਹ ਦਾਤ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਦਿੱਤੀ, ਤੇ ਜੇ ਜੱਦੀ ਜਦਾਦ ਹੁੰਦੀ ਤਾਂ ਉਹ ਆਪਣੇ ਪੁੱਤਰਾਂ ਨੂੰ ਦਿੰਦੇ, ਬਾਬੇ ਮੋਹਣ ਬਾਬੇ ਮੋਹਰੀ। ਆਪ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਦਿੱਤੀ। ਗੁਰਗੱਦੀ ਦੇ ਰੱਥ ਤੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਵਾਰ ਹੋਏ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ, ਸਰੋਵਰ ਰਾਮਸਰ ਸਾਹਿਬ ਦੀ ਸੇਵਾ, ਸੰਤੋਖਸਰ ਸਾਹਿਬ ਦੀ ਸੇਵਾ, ਕਰਤਾਰਪੁਰ ਸਾਹਿਬ ਨਗਰ ਵਸਾਇਆ, ਤਰਨਤਾਰਨ ਸਾਹਿਬ ਨਗਰ ਦੀ ਰਚਨਾ ਕੀਤੀ, ਸੁੰਦਰ ਸਰੋਵਰ ਤਾਲ ਬਣਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਕੇ ਮਹਾਨ ਪਰਉਪਕਾਰ ਕੀਤਾ। ਐਸੀਆਂ ਬੇਅੰਤ ਬਖਸ਼ਿਸ਼ਾਂ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਤੇ ਕੀਤੀ।
ਭੱਟ ਸਹਿਬਾਨ ਕਹਿੰਦੇ ਹਨ, ਕੌਣ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ? ਕੌਣ ਹਨ? ਤਾਂ ਕਹਿੰਦੇ ਉਹ ਆਪ ਰੱਬ ਹਨ, ਆਪ ਪ੍ਰਤੱਖ ਪਰਮੇਸ਼ਵਰ ਹਨ। ਗੁਰ ਅਰਜਨ ਪ੍ਰਤੱਖ ਹਰ, ਗੁਰ ਅਰਜਨ ਘਰ ਗੁਰ ਰਾਮਦਾਸ। ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਰੱਬ ਰੂਪ ਹੋ ਕੇ ਪ੍ਰਗਟ ਹੋਏ ਨੇ। ਐਸੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਵਧਾਈਆਂ ਹਨ।